असंख जप असंख पाओ। जप हुंदा आ meditation, as we all know. The literal meaning of jap is meditation. But when it comes in Gurbani, remember, it's not about mechanical chanting of certain words ki eh aji japo. Because most of the time ਜਦੋਂ ਅਸੀਂ ਇੱਥੇ ਬੈਠੇ ਆ ਹਾਰਮੋਨੀਅਮ ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਲੱਗਦਾ, ਮੈਂ ਨਾਲ ਹੀ ਬੋਲਣਾ ਜਪੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ. But remember, when it comes in Gurbani, it's not about mechanical chanting or repetition of words. ਉਹ ਜਪਣਾ ਨਹੀਂ. ਜਪ ਹੁੰਦਾ focus, ਧਿਆਨ ਕਿਹਦੇ ਚ ਹੈ. ਇਸੇ ਕਰਕੇ different words are used in Gurbani. ਧਿਆਉਣਾ, ਜਪਣਾ, ਸਿਮਰਨ ਕਰਨਾ, ਆਖਣਾ, ਬੋਲਣਾ, ਬਹੁਤ ਸਾਰੇ words use ਕੀਤੇ ਹੈ. But meaning ਇੱਕ ਹੀ ਹੈ, ਅੰਦਰ ਕੀ ਚੱਲ ਰਿਹਾ, what's happening within you, ਉਹ ਹੈ ਜਪ. Now a person is saying something else from his tongue, और जुबान तो कुछ और बोल रहा, माइंड भी कुछ और चल रहा. तो जप किस चीज का है? वो जो which is happening within, that is jap, not the outer thing. As Guru Nanak in Asari War he says, जो जी होए सो उगवे, मुंह का कहया वाओ. Whatever is within you, it will उन्ने उगना या, उन्ने तुहानू फल देना या. ਜਿਹੜਾ ਮੂੰਹ ਤੋਂ ਬੋਲ ਰਹੇ ਤੇ ਸਿਰਫ ਹਵਾ ਹੀ ਹੈ. So people, they may be chanting Vaheguru, Vaheguru or Ram, Ram, but what's happening within? All those thoughts ਜਿਨ੍ਹਾਂ ਦੇ ਉੱਤੇ ਜ਼ਿਆਦਾ ਫੋਕਸ ਚੱਲ ਰਿਹਾ ਹੈ, ਉਹੀ ਜਾਪ ਹੋ ਰਿਹਾ. ਸੋ ਅਸੰਖ ਜਪ. ਹੁਣ ਜਾਣੋ ਕਿ ਜਪ ਹੈਗਾ ਫੋਕਸ ਹੈ, ਭਾਵ ਮੀਨਸ ਲਵ. ਤਾਂ ਜਦੋਂ ਅਸੀਂ ਜਾਣਿਆ, ਜੋ ਪਿੱਛੇ ਅਸੀਂ ਸੁਣਦੇ ਆਏ ਕਿ ਪਰਮਾਤਮਾ ਦੇ ਹੁਕਮ ਨੂੰ ਸੁਣਨਾ ਆ, ਮੰਨਣਾ ਆ. So our vision rises with the implementation of divine wisdom. ਜਿਹੜਾ ਗਿਆਨ ਹੈ, ਜਿਹੜਾ ਹੁਕਮ ਹੈ, ਅਸੀਂ ਜਿਹਨੂੰ ਇੰਪਲੀਮੈਂਟ ਕਰਦੇ ਆ, ਸਾਨੂੰ ਐਨਲਾਈਟਨਮੈਂਟ ਮਿਲਦੀ ਹੈ. ਸੋ ਅਸੀਂ ਅੰਦਰੋਂ ਰੋਸ਼ਨ ਹੁੰਦੇ ਆ, ਐਂਡ ਵੀ ਰੀਅਲਾਈਜ਼, ਸਾਨੂੰ ਇਹ ਰੀਅਲਾਈਜ਼ੇਸ਼ਨ ਹੁੰਦੀ ਕਿ ਸਾਡੇ ਅੰਦਰ ਬਹੁਤ ਕੁਝ ਹੈ, ਬਹੁਤ ਕੁਝ. ਅਸੀਂ ਕਮਜ਼ੋਰ ਨਹੀਂ ਆ, ਅਸੀਂ ਇਕੱਲੇ ਨਹੀਂ ਆ. ਵੀ ਆਰ ਨਾਟ ਅਲੋਨ, ਵੀ ਆਰ ਨਾਟ ਵੀਕ, ਵੀ ਕੈਨ ਡੂ ਲੋਟ ਮੈਨੀ ਥਿੰਗਸ. ਪੀਪਲ, ਜਦੋਂ ਅਸੀਂ ਕਿਸੇ ਨੂੰ ਦੇਖਦੇ, ਹੀ ਇਜ਼ ਗਿਫਟਡ, ਉਹ ਤਾਂ ਗਿਫਟਡ ਹੈ, ਇਹਦੇ ਕੋਲ ਤਾਂ ਤਾਕਤ ਹੈ, ਤੇ ਸਿਆਣਾ ਹੀ ਬੜਾ ਜੀ, ਇਹਨੇ ਆ ਕੰਮ ਕਰ ਲਿਆ, ਮੈਂ ਨਹੀਂ ਕਰ ਸਕਦਾ. ਦੈਟਸ ਇਹ ਬੇਅਦਬੀ ਹੈ. ਦੈਟਸ disrespect to your life, that disrespect to the creator of life. When you say ਕਿ ਨਾ I can't do it, others can do it. ਮੇਰੇ ਨਾਲ ਰੱਬ ਹੈ ਨਹੀਂ, ਰੱਬ is my enemy, ਮੇਰੇ ਨਾਲ ਤੇ ਰੱਬ ਹੀ ਨਾਰਾਜ਼ ਹੈ, ਰੱਬ ਨੇ ਕਿਰਪਾ ਨਹੀਂ ਕੀਤੀ. That's a disrespect to this beautiful creation. You have to create a heaven here. You are creating a hell altogether. ਅਸੀਂ ਆਪ ਹੀ ਹੈਲ ਬਣਾਈ ਜਾਂਦੇ. तो ਇੱਥੇ ਜਾਣੋ ਕਿ ਜਦੋਂ ਅਸੀਂ ਰਿਅਲਾਈਜ਼ ਕਰਦੇ, when we start implementing and internalizing the divine hukum in our life, ਫਿਰ ਸਾਨੂੰ ਅਹਿਸਾਸ ਹੁੰਦਾ, we realize that there are many strengths within us. ਸਾਨੂੰ ਰੱਬ ਨੇ ਬੜੀ ਤਾਕਤ ਦਿੱਤੀ ਹੈ, both good and evil, ਚੰਗੇ ਤੇ ਮਾੜੇ. ਇਹ ਪੌੜੀਆਂ 'ਚ ਪਹਿਲਾਂ ਸਾਨੂੰ ਕਈ ਵਾਰੀ ਲੱਗਦਾ ਸੀ ਕਿ ਸ਼ਾਇਦ ਗੁਰੂ ਨਾਨਕ ਨੇ ਗਿਣਤੀ ਕੀਤੀ ਹੈ, ਅਸੰਖ, ਅਣਗਿਣਤ, ਕਾਊਂਟਲੈਸ, ਕਿ ਬੜੇ ਲੋਕ ਨੇ ਜਿਹੜੇ ਜਪ ਕਰਦੇ ਨੇ, ਬੜੇ ਲੋਕ ਜਿਹੜੇ ਤਪ ਕਰਦੇ, ਬੜੇ ਲੋਕ ਜਿਹੜੇ ਨੇ ਉਹ ਭਾਵ ਕਰਦੇ ਨੇ, ਰੱਬ ਨੂੰ ਪਿਆਰ ਕਰਦੇ. ਅਗਲੀ ਪੌੜੀ 'ਚ ਆ ਗਿਆ ਜੀ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮਖੋਰ. ਬੜੇ ਲੋਕ ਚੋਰ ਨੇ, ਬੜੇ ਲੋਕ ਹਰਾਮਖੋਰ ਨੇ, ਬੜੇ ਲੋਕ ਝੂਠੇ ਨੇ. ਦੈਟ ਮੀਨਸ ਕਿ ਮੈਂ ਪਾਠ ਕਰਦਾ ਹੋਇਆ ਲੋਕਾਂ ਬਾਰੇ ਸੋਚ ਰਿਹਾ, ਤਾਂ ਪਾਠ ਕਿਹਦੇ ਵਾਸਤੇ? ਮੇਰੇ ਵਾਸਤੇ. I cannot claim that I am ਸਿਆਣਾ and ਦੂਜਾ ਮੂਰਖ ਹੈ. How can Guru Nanak say this? ਉਸੇ ਪੌੜੀ ਦੀ ਅਖੀਰ 'ਚ ਗੁਰੂ ਨਾਨਕ ਕਹਿੰਦੇ, ਨਾਨਕ ਨੀਚ ਕਹੈ ਵਿਚਾਰ. ਗੁਰੂ ਅਰਜਨ ਸਾਹਿਬ ਕਹਿੰਦੇ, ਕਹੋ ਨਾਨਕ ਹਮ ਨੀਚ ਕਰਮਾ. ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ. ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ. तो जे ये बाणी कह रही है कि बुरा कोई नहीं, मूर्ख कोई नहीं, तो गुरु नानक साहब किवें कह सकते कि असंख मूर्ख, अंध घोर, कि बड़े लोग मूर्ख तुरे फिरदे ने, बड़े लोग चोर तुरे फिरदे ने? नहीं, ये अपनी गल हो रही है कि मेरे अंदर की कुछ है. Because I have to recognize what's within me, then only I can rearrange things. ਤੁਹਾਨੂੰ ਪਤਾ ਹੈ, ਤੁਸੀਂ ਆਪਣਾ ਘਰ ਜਿਹੜਾ ਇਹਨੂੰ ਰੈਨੋਵੇਟ ਕਰਨਾ ਹੈ, you have to like rearrange or reorganize your house and make it better. What will you do? ਤੁਸੀਂ ਆਪਣੇ ਘਰ ਦੀ ਇਨਵੈਂਟਰੀ ਬਣਾਓਗੇ, ਕੀ ਕੁਝ ਪਿਆ ਹੋਇਆ ਹੈ, ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਇੱਥੋਂ ਕੱਢਣੀ. what I should throw out, which is garbage, ਇਹਨੂੰ ਗਰਾਜ ਸੇਲ ਤੇ ਲਾ ਦਿਓ, ਇਹਨੂੰ ਫ੍ਰੀ ਸੁੱਟ ਦਿਓ, ਇਹਨੂੰ ਟ੍ਰੈਸ਼ ਕਰ ਦਿਓ, ਇਹਨੂੰ ਰੱਖਣ ਦੀ ਲੋੜ ਨਹੀਂ.
And what are the important things which I can use in reorganizing and making it more beautiful? केड़ी चीज मैं ला सकता, केड़ी बाहरों लेके आवां, होर यही हुंदा ना। तो जपजी साहब is the journey towards being किव सचियारा होई है, अंदरों सोहणे किवें बनना। That means I have to recognize all those things within me which are desired, ਜਿਹੜੀਆਂ ਹੋਣੀਆਂ ਚਾਹੀਦੀਆਂ, and which are undesirable, ਜਿਹੜੀਆਂ ਹੈ नहीं चंगियां, जिन्हां नूं throw out करना। ये पौड़ियां च उन्हां दा जिक्र है। तो देखो इत्थे आ गया कि सच एनलाइटेंड माइंड, वो एनलाइटेंड माइंड जिन्हें सुनिया ते मन्निया, जिहड़ा उस हुक्म नूं मनण लग गया, जिहड़ा पंच प्रवान पंच प्रधान पिछलियां पौड़ियां च आ गया, जिहदी सेंसेस नूं इन्नी समझ आ गई, इन्नी एनलाइटेंड हो गई दैट दे नाउ कैन लीड यू। ओ माइंड रियलाइजेस दैट विदिन मी, मेरे अंदर ही असंख्य जप, लिमिटलेस, काउंटलेस ਉਹ ਐਬਿਲਿਟੀਜ਼ ਨੇ ਜਿਹਦੇ ਨਾਲ ਮੈਂ ਫੋਕਸ ਕਰ ਸਕਦਾ ਹਾਂ। ਮੇਰਾ ਤਾਂ ਫੋਕਸ ਹੀ ਨਹੀਂ ਹੁੰਦਾ ਜੀ, ਬਾਣੀ ਵੱਲ ਧਿਆਨ ਹੀ ਨਹੀਂ ਲੱਗਦਾ, ਨਹੀਂ ਐਸਾ ਨਹੀਂ ਹੈ, ਐਸਾ ਬਿਲਕੁਲ ਨਹੀਂ ਹੈ। ਜਸਟ ਲੁੱਕ ਵਿਦਿਨ ਯੂ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੈਨੂੰ ਤੇਰੇ ਧਿਆਨ ਨੂੰ ਡਾਇਵਰਟ ਕਰ ਰਹੀਆਂ ਆ। ਯੂ ਹੈਵ ਦ ਐਬਿਲਿਟੀ ਟੂ ਫੋਕਸ, ਤੇਰੇ ਅੰਦਰ ਜਪ ਕਰਨ ਦੀ ਤਾਕਤ ਹੈ। ਜਦੋਂ ਮਨ ਨੂੰ ਸਮਝ ਆਉਂਦੀ ਹੈ, ਹੁਕਮ ਮੰਨਣਾ ਸ਼ੁਰੂ ਕਰਦਾ ਹੈ, ਗੁਰੂ ਕੋਲ ਬੈਠਣਾ ਸ਼ੁਰੂ ਕਰਦਾ ਹੈ, फिर इस मन नूं ये समझ पैंदी है, रियलाइज करता है that I have limitless power to focus and to love। मैं लव ही नहीं कर पा रहा किसी ने, हर किसी नाल दुश्मनी है मेरी, हर कोई मैनूं बुरा लग रहा है। परमात्मा नाल ते की प्यार पाउणा है, लिखता लेंदे है if you love God, love humanity, and how many of us are really loving humanity? वो तो हो ही नहीं पा रहा। तो मेरे अंदर वो पावर है कि है, I can love, भाव असंख्य अनेका तरह दे, देखो करके किधर किधर भाव लगा है। पैसे वाल भी प्यार लगा होया है, माड़ा जिहा इधर उधर हो जाए मैं लड़ पैना है कि मेरा $1 जिहड़ा खा गया, और दुश्मनी पक्की पै जाती है। फलाने ने मेरे $10 ले सी वापस नहीं किते, वापस प्यार है ना, चीज़ां नाल भी प्यार है। There are limitless power within us to love, to focus। किथे किथे फोकस लगा होया है। सिटिंग इन द गुरुद्वारा मेरा ध्यान घर च भी लगा होया है। जिहड़ा इंडिया च बैठा है उत्थे जिहड़ा मेरा बैंक बैलेंस ਉਹਦੇ ਵੱਲ ध्यान लगा होया। मैं कल एक पेमेंट कीती सी, पता नहीं पहुंची कि नहीं पहुंची, ध्यान लगातार लगा होया। As you must have heard all those stories of Guru Nanak, the person who went with Guru Nanak to this mosque, मसीत ਵਿੱਚ ਲੈ ਗਏ ਨਵਾਬ ਤੇ ਕਾਜ਼ੀ ਗੁਰੂ ਨਾਨਕ ਸਾਹਿਬ ਨੂੰ ਕਿ ਨਮਾਜ਼ ਪੜ੍ਹਨੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਨਾ ਕਿ ਨਮਾਜ਼ ਤੁਸੀਂ ਇੱਥੇ ਪੜ੍ਹ ਰਹੇ ਸੀ, ਯੂ ਵਰ ਪ੍ਰੈਜ਼ੈਂਟ ਇਨ ਦ ਮੌਸਕ ਫਿਜ਼ੀਕਲੀ, ਪਰ ਤੁਹਾਡਾ ਧਿਆਨ ਕਿੱਧਰ ਸੀ? ਹੋਰ ਪਾਸੇ ਸੀ, ਜਪ ਤੇ ਕੋਈ ਹੋਰ ਚੱਲ ਰਿਹਾ ਸੀ। ਸੋ ਮੇਰਾ ਫੋਕਸ ਤੇ ਲਵ ਕਰਨ ਦੀ ਜਿਹੜੀ ਐਬਿਲਿਟੀਜ਼ ਨੇ, ਦੇ ਆਰ ਲਿਮਿਟਲੈਸ। ਆਪਣੇ ਅੰਦਰ ਝਾਤ ਮਾਰ ਕੇ ਵੇਖੋ। ਇਹ ਨਹੀਂ ਕਿ ਮੈਨੂੰ ਇਹ ਕੰਮ ਚੰਗਾ ਨਹੀਂ ਲੱਗ ਰਿਹਾ, ਇਹ ਨਹੀਂ ਹੋ ਪਾ ਰਿਹਾ, ਮੇਰੇ ਤੋਂ ਬਾਣੀ ਨਹੀਂ ਪੜ੍ਹੀ ਜਾਣੀ, ਜਾਂ ਮੈਂ ਆਪਣੇ ਆਪ ਨੂੰ ਸਵਾਰ ਨਹੀਂ ਪਾ ਰਿਹਾ, ਐਸਾ ਨਹੀਂ ਹੈ। ਵੀ ਹੈਵ ਲਿਮਿਟਲੈਸ ਬਹੁਤ ਸਾਰੀ ਐਬਿਲਿਟੀਜ਼ ਤੇ ਪਾਵਰਸ ਨੇ ਸਾਡੇ ਅੰਦਰ ਟੂ ਫੋਕਸ ਐਂਡ ਟੂ ਲਵ। ਹਰ ਜਗ੍ਹਾ ਅਸੀਂ ਉਹ ਕਰ ਸਕਦੇ ਹਾਂ। ਸਤਿਗੁਰੂ ਅਗਲੀ ਪੰਕਤੀ 'ਚ ਬੋਲਦੇ ਨੇ, ਮੇਰੇ ਨਾਲ ਬੋਲਿਓ ਜੀ, ਅਸੰਖ ਪੂਜਾ ਅਸੰਖ ਤਪਤਾਓ। ਪੂਜਾ ਲਿਟਰਲੀ ਮੀਨਸ ਵਰਸ਼ਿਪ। ਅਸੀਂ ਕਿਹੜੀ ਚੀਜ਼ ਦੀ ਪੂਜਾ ਕਰ ਰਹੇ ਹਾਂ? ਅਸੰਖ। ਗੁਰੂ ਨਾਨਕ ਸੇਜ਼ ਅਸੰਖ ਤਰ੍ਹਾਂ ਦੀ ਪੂਜਾ ਅਸੀਂ ਕਰ ਰਹੇ ਹਾਂ। ਮੇਰਾ ਮਨ ਪਤਾ ਨਹੀਂ ਕਿਸ ਚੀਜ਼ ਨੂੰ ਪੂਜ ਰਿਹਾ ਹੈ, ਵਰਸ਼ਿਪ ਕਰ ਰਿਹਾ। ਵਰਸ਼ਿਪ ਮੀਨਸ टू वांट समथिंग, किसी चीज ਨੂੰ वांट करना, मतलब इनसेनली कि बस आप ਨੂੰ मिल जाए, वही वर्शिप ਹੁੰਦੀ ਹੈ। ਉਹਨੂੰ ਮੱਥੇ ਟੇਕਦਾ ਬੰਦਾ, ਉਹਦੇ ਲਈ ਸਭ ਕੁਝ ਕਰਦਾ ਹੈ, ਪੈਸੇ ਵੀ ਚੜਾਉਂਦਾ ਆ, ਖਾਣਾ ਵੀ ਚੜਾਉਂਦਾ ਹੈ, ਕਈ ਕੁਝ ਸੋਨਾ ਵੀ ਚੜਾ ਦਿੰਦੇ ਲੋਕੀ। ਵਰਸ਼ਿਪ ਉਹਨੂੰ ਹੀ ਕਹਿੰਦੇ। ਪੁਰਾਣੇ ਸਮੇਂ 'ਚ ਲੋਕ ਕਿਸੇ ਹੋਰ ਦੀ ਬਲੀ ਚੜਾ ਦਿੰਦੇ ਸੀ। ਦੇ ਯੂਜ਼ ਟੂ ਸੈਕਰੀਫਾਈਸ ਪੀਪਲ। ਕਿਉਂ? ਮੈਂ ਵਰਸ਼ਿਪ ਕਰ ਰਿਹਾ, ਆਈ ਵਾਂਟ ਸਮਥਿੰਗ ਆਊਟ ਆਫ ਇਟ, ਉਹ ਮੇਰਾ ਇਸ਼ਟ ਹੈ। असंख पूजा, साडे अंदर पावर है पूजा दी असंख। बड़ी तरह की पूजा चल रही साडे अंदर, बहुत तरह की। असी पूज रहे हैं उस पावर नूं विच वी आर हंगरी फॉर, ये मैनूं मिल जाए, मेरा हुक्म चले। असी पूज रहे हैं उन्हां सुखां नूं, आउटर सुखां नूं, अकम्पलिश नूं। वी आर वर्शिपिंग ऑल दोज आउटर अकम्पलिशमेंट्स which we label as success, which we label as it will bring me happiness. We are worshiping that. Worship means we are ready to do anything for it. ਅਸੀਂ ਕੁਝ ਵੀ ਕਰਨ ਲਈ ਤਿਆਰ ਹੈ। ਅਸੀਂ ਮੰਦਿਰ 'ਚ ਜਾਣ ਲਈ ਵੀ ਤਿਆਰ ਹੈ, ਗੁਰਦੁਆਰੇ ਜਾਣ ਲਈ ਵੀ ਤਿਆਰ ਹੈ। ਉਹਨੂੰ ਹੀ ਪੂਜਾ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਪੁਜਾਰੀ ਨਹੀਂ ਬਣਾਇਆ। We are not made worshippers here by Guru Nanak.
गुरु नानक ने कहा पूजा तो अकाल दी करनी, परमात्मा दी, हु इज प्रेजेंट इन ऑल, ते सारियां च ही है। ਅਸੀਂ ਕਿਸੇ ਇੱਕ ਚੀਜ਼ ਦੇ ਪੁਜਾਰੀ ਨਹੀਂ। we are not the worshippers of stone or things or whatever we may call। ਪੁਜਾਰੀ ਬਣਨਾ ਹੈ ਅਕਾਲ ਦੇ, ਜਿਹੜਾ ਅੰਦਰ ਬੈਠਾ ਹੈ, ਉਹਨੂੰ ਸੌਂਪਣਾ ਹੈ ਸਾਰਾ ਕੁਝ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। that means I surrendered myself to you, ਕਿ ਮੈਂ ਆਪਣੀ ਅਕਲ ਉੱਤੇ ਨਹੀਂ ਲਾਵਾਂਗਾ। ਤਾਂ ਹੀ ਤੇ ਮੱਥਾ ਟੇਕਦੇ ਆ। in this forehead, in this head, all those thoughts, there's brain here। तो बो डाउन जो मत्था टेकदा, दैट मीनस मैं अपनी सारी सोच, अपनी अकल इत्थे रख दी, मैं गुरु की सोच मुताबिक चलां। I'll walk along whatever my guru says, whatever he teaches। So असंख्य पूजा, असंख्य तप ताओ, तपस्या करनी, हार्डशिप करने, रिलीजियस। कितनी बारी ठंडे पानी जाके असीं हेमकुंड साहब जा आए हैं, उत्थे असीं ठंडे पानी च नहा भी आए हैं। ये तपस्या है। सानू लगदा पता नहीं की मिल जाना, कुछ नहीं मिलना उत्थों। सिर्फ एक मन की तसल्ली मिलनी है कि मैं ठंडे पानी च नहाया, रब खुश हो जाएगा। सोचा है, सोच ना हो भाई। तू भावें ठंडे च नहा दे, भावें तत्ते च नहा, जाके मणिकरण वाले उबलते पानी च नहा लो। यू मे वॉश योर बॉडी इन दोज हॉट स्प्रिंग्स ऑफ मणिकरण और द आइस वाटर्स ऑफ हेमकुंड। सोचा है, सोच ना हो भाई। मैं तो नहीं कहता, गुरु नानक साहब कहते तुसी अंदरों सुच्चे नहीं हो जाओगे। अंदरों सुच्चे होना है, अंदरों सोने बनना। यू हैव टू वॉश द मैलिस फ्रॉम विद इन, व्हिच इज नॉट गोइंग टू हैपन आउटसाइड। ये तप ताउने ਇਹ ਨਹੀਂ। तो गुरु नानक कहते देखो कितनी पावर है लोगों को, एंडलेस पावर है पूजा करन दी, तप तपस्या करन दी। A student who goes to schools and universities, वो तप करता है, कितनी तपस्या करता है, रात दिन मेहनत कर रहा है। An athlete is working hard on his body, ते सक्सेस ले लेंदा है। गुरु नानक साहब कहते बस रियलाइज करो ਤੁਹਾਡੇ ਅੰਦਰ ਬਹੁਤ ਪਾਵਰ ਹੈ। ਤੁਸੀਂ ਤਪੱਸਿਆ ਕਰੋ ਇਸ ਪਾਸੇ, ਉਸ ਹੁਕਮ ਨੂੰ ਮੰਨਣ ਵਾਲੇ ਪਾਸੇ। ਜਿਹੜਾ ਨਹੀਂ ਮੰਨਿਆ ਜਾ ਰਿਹਾ, ਉਧਰ ਮਨ ਲੱਗ ਹੀ ਨਹੀਂ ਰਿਹਾ। इधर ਨੂੰ ਤਪ ਕਰੋ, ਬਾਹਰ ਲੈ ਨਹੀਂ। So Sadhguru says endless power resides within the mind to worship, surrender to thoughts। ਆਪਣੇ thoughts ਦੇ ਅੱਗੇ ਅਸੀਂ surrender ਕੀਤਾ ਹੋਇਆ ਹੈ। And the mind has limitless power to undertake hardships for any cause। ਕਿਸੇ ਵੀ cause ਵਾਸਤੇ ਅਸੀਂ hardship ਕਰਨ ਲਈ ਤਿਆਰ ਹੈ। ਤੇ ਗੁਰਬਾਣੀ ਨੂੰ ਸਮਝਣ ਲਈ ਕਿਉਂ ਨਹੀਂ ਤਿਆਰ? ਇੱਥੇ ਕਾਨ ਚ ਥੱਕ ਜਾਂਦੇ ਹਾਂ, ਬੜਾ ਹੋ ਗਿਆ ਜੀ, ਪਿਛਲੇ ਐਤਵਾਰ ਆਏ ਸੀ, ਅੱਜ ਕੀ ਛੱਡ ਦਿੰਦੇ ਹਾਂ। ਆਓ ਇੱਥੇ ਬੈਠੋ, ਜਾਣੋ। Give time, invest time to understand Bani, invest time to analyze your own self। ਇੱਧਰ ਇਨਵੈਸਟਮੈਂਟ ਕਰੋ। ਸਤਿਗੁਰੂ says ਅਸੰਖ ਗ੍ਰੰਥ ਮੁਖ ਵੇਦ ਪਾਠ। ਸੰਗਤ ਤਾਂ ਕਾਫੀ ਬੈਠੀ ਪਰ ਆਵਾਜ਼ ਘੱਟ ਆਉਂਦੀ ਹੈ। ਅਸੰਖ ਗ੍ਰੰਥ ਮੁਖ ਵੇਦ ਪਾਠ। तो ग्रंथ ते वेद स्पिरिचुअल ਜਿਹੜੇ ਆਪਣੇ ਰਿਲੀਜੀਅਸ ਸਕ੍ਰਿਪਚਰਸ ਹੁੰਦੇ ਆ, ਉਹ ਕੋਈ ਵੀ ਹੋ ਸਕਦੇ ਆ। ਬਾਈਬਲ, ਕੁਰਾਨ, ਸ਼ਾਸਤਰ, ਸਿਮਰਤੀਆਂ, ਈਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਇਹਨਾਂ ਦੇ ਪਾਠ ਕਰਨ ਦੀ ਵੀ ਸਾਡੇ ਅੰਦਰ ਬੜੀ ਸਮਰੱਥਾ ਹੈ। For thousands of years people have been reading them, ਰੀਡ ਕਰਦੇ ਪਏ ਆ, ਅੱਜ ਵੀ ਕਰ ਰਹੇ, ਅੱਗੇ ਵੀ ਕਰਨਗੇ। nobody can stop them। तो मेरे मना किते ये ना सोच कि तेरे च पावर नहीं, आई कांट रीड, आई कांट कॉम्प्रीहेंड, जी बाणी नहीं समझ आती। बड़ी पावर है साडे अंदर हैगी है। देयर इज लिमिटलेस पावर विद इन मी टू रीड, स्टडी, लर्न एनी काइंड ऑफ नॉलेज। किसी भी तरह के ग्रंथ पढ़ते हैं लोग, उन्होंने ग्रंथ एक वर्ड है, उन्होंने इंग्लिश बुक कहते हैं। तो बुक्स पढ़निया, ज्ञान लेना, साडे च लिमिटलेस पावर है, असीं कुछ भी कर सकते हैं। कोई भी बंदा ਇੱਥੇ ਜਿਹੜਾ ਜਨਮਿਆ ਉਹ ਪੰਜਾਬੀ ਸਿੱਖ ਸਕਦਾ ਹੈ, ਬੁੱਕਸ ਪੜ੍ਹ ਕੇ ਸਿੱਖ ਸਕਦਾ। ਮੈਂ ਸਪੈਨਿਸ਼ ਸਿੱਖ ਸਕਦਾ ਹਾਂ। ਦੇयर इज ਪਾਵਰ ਵਿਦ ਇਨ ਮੀ, ਬਟ ਅਗੇਨ ਮੈਂ ਤਪ ਤਾਉਣਾ ਚਾਹੁੰਦਾ ਹਾਂ। ਕੈਨ ਆਈ ਟੇਕ ਦੈਟ ਹਾਰਡਸ਼ਿਪ? ਮੈਂ ਲਵਾਂਗਾ, ਹਾਰਡ ਵਰਕ ਕਰਾਂਗਾ। ਦੈਟ ਡਿਪੈਂਡਸ ਔਨ ਮੀ। ਦੈਨ ਅਗੇਨ ਯੂ ਹੈਵ ਟੂ ਐਨਾਲਾਈਜ਼ ਯੋਰਸੈਲਫ ਕਿ ਤੁਹਾਡੇ ਅੰਦਰ ਉਹ ਤਾਕਤ ਹੈ, ਉਹ ਪਾਵਰਸ ਪਰਮਾਤਮਾ ਨੇ ਦਿੱਤੀ ਹੈ, ਕਰਤੇ ਪੁਰਖ ਨੇ। ਦੇਖੋ ਤਾਂ ਸਹੀ, ਅਸੰਖ ਜੋਗ ਮਨ ਰਹੇ ਉਦਾਸ। असंख जोग मन रहे उदास। बड़े तरह के जोग, ये जोग जोगी जिहड़े हैगे आ, उन्हां दा पंथ है। They leave all the families and all social life and they go to jungles and mountains and they say that we are detached from the world and we are going to attain moksha। सानू मुक्ति मिलनी और किसी नूं मिलनी नहीं। पर गुरु नानक कहते नहीं, ये वाला जोग नहीं, ਇਹ ਵਾਲਾ ਉਦਾਸ। ਉਦਾਸ ਮੀਨਸ ਡਿਟੈਚਮੈਂਟ, ਸਭ ਕੁਝ ਛੱਡ ਕੇ ਚਲੇ ਜਾਣਾ, ਘਰ-ਬਾਰ ਛੱਡ ਕੇ ਚਲੇ ਜਾਣਾ, ਜੋਗੀ ਬਣ ਜਾਣਾ।
गुरु जी कहते तुसीं अपने अंदर देखो, तुहाडे अंदर बहुत सारी ताकत है योग दी, डिटैचमेंट हुंदी है कि नहीं? कोई बंदा मेरे नाल माड़ा करे सही, मैं सारी उम्र लिए डिटैच कर देना है कि नहीं, ये है नहीं, हुण साडे लिए मर ही गया, खत्म ही हो गया। तुसीं देखिया कईयां नूं पावर है, वी डोंट एक्सरसाइज इट बिकॉज वी डोंट रियलाइज दैट वी हैव दैट लिमिटलेस पावर विद इन अस, जिन्हों असीं एक्सरसाइज कर सकते हैं, डिटैचमेंट वाली पावर। डिटैच किस तो करना है? त्यागना, त्यागन नीका, काम क्रोध लोभ त्यागना। गुरु नानक कहते मैं मीट छड्डता, मैं मच्छी छड्डती, मैं शराब छड्ड दी, मैं घर बार छड्ड दिया। यह छड्डना, इन्हां छड्डण नूं धर्म समझी बैठे हो कि मीट खाना छड्डता जी मैं धर्मी हो गया, मैं राधा स्वामी हो गया जी। तो ये छड्डी बैठे जनता, उन्होंने यही लगता कि यही धर्म है। गुरु नानक साहब अपनी बाणी च कह रहे हैं, मात पिता की रकत निपन्ने मच्छी मांस ना खाई। We think that by detaching ourselves from all these foods and physical things, we are more religious. Detachment किसी और चीज की करनी सी। त्यागना, सब तो सोहनी चीज त्यागन वाली केड़ी है? त्यागन नीका, नीका हुंदा सोहना। The best thing to get yourself detached from is काम, क्रोध, लोभ त्यागना। ये तो त्यागे ही नहीं। We never get detached from greed. We never get detached from hatred, envy, jealousy. वो तो अंदर भरया होया है। मच्छी छड्डती है मैं, नफरत करनी नहीं छड्डी, झूठ बोलना नहीं छड्डिया, शराब छड्डती है मैं, कपट करना नहीं छड्डिया, किसी को ठगना नहीं छड्डिया। फिर छड्डिया की? ना उधर धर्मी होए ना उधर धर्मी होए, सिर्फ एक पखंड रह गया, लेबल रह गया। मैं केस रख लिया मैं सिख हो गया, मैं गात्रा पा लिया मैं होर बड़ा सिख हो गया, मैं 3 बजे उठ गया मैं उस तो भी बड़ा सिख हो गया। ये सिखी नहीं। सिखी है असंख्य जोग मन रहे उदास। और डिटैचमेंट जेडी साडे अंदर वो कैपेबिलिटी है, वो ताकत है। My mind has enormous power to detach itself from distractions for any specific purpose. बच्चे ਨੂੰ ਤੁਸੀਂ ਕਰ ਹੀ ਲੈਂਦੇ ਹੋ ਨਾ, ਇਹ ਟੀਵੀ ਤੋਂ ਡਿਟੈਚ ਨਹੀਂ ਸੀ ਹੋ ਰਿਹਾ, ਪਰ ਜਿਸ ਦਿਨ ਉਹਨੂੰ ਪਤਾ ਲੱਗਾ ਕਿ ਮੇਰੇ ਐਗਜ਼ਾਮ ਆਉਣ ਵਾਲੇ ਨੇ and it's very important for me, ਉਹ ਛੱਡ ਦਿੰਦਾ ਹੈ, ਉਸਨੂੰ ਛੱਡ ਦਿੰਦਾ ਨਹੀਂ। A person who was diagnosed with diabetes, ਡਾਕਟਰ ਨੇ ਕਿਹਾ ਤੂੰ ਮਰ ਜਾਣਾ ਆ, ਬਹੁਤ ਹਾਈ ਡਾਇਬੀਟੀਜ਼ ਹੈ, ਛੱਡ ਦਿੰਦਾ ਹੈ ਕਿ ਨਹੀਂ ਖੰਡ। ਉਹ ਜਿਹਨੂੰ ਬੜੀ ਮਿਠਾਈ ਪਸੰਦ ਸੀ, ਮੈਨੂੰ ਤੇ ਗੁਲਾਬ ਜਾਮੁਨ ਹੀ ਬੜਾ ਪਸੰਦ ਸੀ ਜੀ, ਮੈਂ ਤਾਂ ਮਿਠਾਈ ਬੜੀ ਖਾਂਦਾ ਸੀ, ਪਈ ਸਾਹਮਣੇ ਪਰ ਹੁਣ ਖਾਂਦਾ ਨਹੀਂ। He can't even touch it, he doesn't want even to look at it, ਉਹਨੂੰ ਦੇਖਣਾ ਵੀ ਨਹੀਂ ਚਾਹੁੰਦਾ। ਡਿਟੈਚਮੈਂਟ ਹੈਗੀ ਕਿ ਨਹੀਂ ਸਾਡੇ ਅੰਦਰ? ਇੰਨੀ ਸਟਰੈਂਥ ਹੈਗੀ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਆਪਣੇ ਮਾਈਂਡ ਦੇ ਅੰਦਰ ਜਿੱਦਣ ਇਹ ਰਿਅਲਾਈਜ਼ ਹੋ ਗਿਆ ਵੀ ਹੈਵ enormous power to get detached from several things, many things for any specific purpose, ਤਾਂ ਫਿਰ ਇੱਧਰ ਨੂੰ ਆਓ, ਪਰਮਾਤਮਾ ਦਾ ਹੁਕਮ ਮੰਨਣ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਤੋਂ ਡਿਟੈਚ ਹੋਣਾ ਆ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਿਆ, ਚੁਗਲੀ, ਈਰਖਾ, ਇਹਨਾਂ ਸਾਰਿਆਂ ਤੋਂ ਡਿਟੈਚ ਹੋਣਾ। ਇਹਨਾਂ ਤੋਂ ਛੁੱਟਿਆ ਨਹੀਂ ਜਾ ਰਿਹਾ, ਝੂਠ ਬੋਲਿਆ ਨਹੀਂ ਛੱਡਿਆ, ਛੱਡ ਸਕਦਾ ਹੈ ਤੂੰ, ਤੇਰੀ ਤਾਕਤ ਹੈ। ਯੂ ਕੈਨ ਰਿਅਲਾਈਜ਼ ਇਟ। ਸਤਿਗੁਰੂ ਜੀ ਅੱਗੇ ਫਰਮਾਨ ਕਰਦੇ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ। So in this body, Guru Nanak Padshah is describing all those positive powers within us, जो साडे अंदर हैगियां, which we must realize to exercise them. असंख भगत, असंख means countless, limitless powers साडे अंदर हैगियां ने। भगत, डिवोटी, ਅਸੀਂ ਭਗਤ ਬਣ ਜਾਂਦੇ ਬੰਦਿਆਂ ਦੇ, ਮੈਂ ਤੇ ਫਲਾਣੇ ਭਾਈ ਸਾਹਿਬ ਦਾ ਭਗਤ ਹਾਂ, ਮੈਂ ਤੇ ਉਹਨਾਂ ਦਾ ਭਗਤ ਹਾਂ, ਉਹ ਨਹੀਂ। तो डिवोटी ਹੁੰਦਾ ਕਿਸੇ ਬੰਦੇ ਨੂੰ डिवोटेड। ਗੁਰੂ ਨਾਨਕ ਸਾਹਿਬ ਕਹਿੰਦੇ ਤੁਹਾਡੇ ਅੰਦਰ ਲਿਮਿਟਲੈਸ ਪਾਵਰ ਹੈਗੀ ਹੈ ਟੂ ਗੈਟ ਡਿਵੋਟਡ ਟੂ ਦੈਟ ਇਨਰ ਡਿਵਾਈਨ, ਪਰ ਤੁਸੀਂ ਉਹਨੂੰ ਐਕਸਰਸਾਈਜ਼ ਨਹੀਂ ਕਰ ਰਹੇ। ਤੁਸੀਂ ਡਿਵੋਟ ਕਰੋ ਗੁਣ ਗਿਆਨ ਵਿਚਾਰ, ਗੁਣਾਂ ਦੀ ਤੇ ਗਿਆਨ ਦੀ ਵਿਚਾਰ ਵੱਲ ਖੁਦ ਨੂੰ ਡਿਵੋਟ ਕਰਨਾ। ਇਹਦੀ ਪਾਵਰ ਵੀ ਸਾਡੇ 'ਚ ਬਹੁਤ ਹੈ। I have limitless ability to realize and implement divine virtues within me. There is power, ਪਰ ਮੈਂ ਉਧਰ ਧਿਆਨ ਨਹੀਂ ਦੇ ਰਿਹਾ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਨਾ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ, ਇਨ ਤੇ ਆਪ ਛਡਾਵੋ। ਮੇਰੇ ਮਨਾ ਇਹਨਾਂ ਨੂੰ ਆਪਣੇ ਆਪ ਤੋਂ ਇਹਨਾਂ ਨੂੰ ਛਡਾ ਲੈ, ਇਹਨਾਂ ਤੋਂ ਅਲੱਗ ਹੋ ਜਾ, ਡਿਟੈਚ ਹੋ ਜਾ। ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਹੈਗਾ ਨਾ, ਮੈਨੂੰ ਫੜਿਆ ਹੋਇਆ ਹੈ, ਜਕੜੇ ਪਏ ਆ, ਛੱਡਿਆ ਹੀ ਨਹੀਂ ਜਾ ਰਿਹਾ। ਸੋ ਸਭ ਨੂੰ ਕਹਿੰਦੇ ਜਦੋਂ ਮਾਈਂਡ ਇੰਨਾ ਐਨਲਾਈਟਨਡ ਹੁੰਦਾ ਹੈ, ਉਸ ਡਿਵਾਈਨ ਹੁਕਮ ਨੂੰ ਸੁਣ ਕੇ ਮੰਨ ਲੈਂਦਾ ਹੈ,
when we get enlightened by accepting, internalizing that divine hukum, then we know, we realize that I have limitless ability to realize and implement divine virtues. कि मैं जो बोल रहा ये सही नहीं, I can throw out this habit and I can gain some good virtues. मेरी ताकत है, I can change myself. नहीं तो बैठे हारे हुए, ऐसा नहीं हुण बदलना जी, हुण तो पक्का कड़ा हो गया, हुण नहीं बदलिया जा सकता, ऐसा नहीं होता. पक्का कड़ा. Few weeks ago we celebrated the birth anniversary or the Prakash Utsav of Guru Amar Das. है ना? Guru Amar Das Padshah, he came to the Guru, second Guru, Guru Angad Padshah कोल आए at the age of 61. कौन कहता पक्का कड़ा? पक्का कड़ा नहीं होता. It's only about realizing your inner strengths. असंख्य भगत गुण ज्ञान विचार तेरे च ये स्ट्रेंथ है, असंख्य है, नापी भी नहीं जा सकती इतनी है. अगली पंक्ति मेरे नाल बोलो जी, असंख्य सती असंख्य दातार. तो सत कमाना, चंगा आचरण, गुड नेचर, गुड कैरेक्टर. दातार उथे चैरिटी करता नहीं, मैं तो उन्होंने देना, मैं उन्होंने देना है, वो बाहर वाली चैरिटी नहीं. मेरे अंदर वो लिमिटलेस पावर है. मेरा माइंड इस चीज को रियलाइज करे टू अडॉप्ट गुड डिवाइन कैरेक्टर. सती, अंदरों सत करना, अंदरों चंगे बनना. सिर्फ बाहरों सती नहीं बने हुए कि बाहरों बड़े चंगे है जी, बाहरों हर कोई तारीफा कर रहा है, इन्हें चिट्टा चोला पाया है, रोज गुरुद्वारे जाता है, बहुत पाठ करता है, ये क्लोथ्स बड़े चंगे होंगे है, पर जो कर्म कर रहे हो भी पता ही है सारे. सो सतगुरु कहते ने अंदरों असीं अपने आप को सत विच लैके आउणा, अंदर साडे अंदर दातार अंदरों बनना. सो लीव सेल्फिशनेस टू एक्सरसाइज शेयरिंग. सेल्फलैस होके ਅਸੀਂ ਅਜੇ ਸੈਲਫਲੈਸ ਨਹੀਂ ਹੋਏ. ਅਸੀਂ ਜਿਹੜੀ ਸ਼ੇਅਰਿੰਗ ਵੀ ਕਰ ਰਹੇ, ਚੈਰਿਟੀ ਵੀ ਕਰ ਰਹੇ, ਉਹਦੇ ਪਿੱਛੇ ਕੁਝ ਹੋਰ ਹੈ. ਸਤੀਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ. ਮੈਨੂੰ 100 ਗੁਣਾ ਹੋਰ ਹੋ ਕੇ ਮਿਲੇਗਾ. ਜੇ ਮੈਂ ਇੱਥੇ ਦਾਨ ਕਰਾਂਗਾ ਮੈਨੂੰ ਇਹ ਮਿਲੇਗਾ. ਇਨਫੈਕਟ ਜੋ ਗੁਰਦੁਆਰੇ ਚ ਗੋਲਕ ਚ ਵੀ ਅਸੀਂ ਆ ਕੇ ਡਾਲਰ ਪਾਉਂਦੇ ਆ, ਉਹ ਵੀ ਇਸੇ ਸੋਚ ਨਾਲ ਪਾਉਂਦੇ ਆ ਕਿ ਜੇ ਮੈਂ ਮੱਥਾ ਨਾ ਟੇਕਿਆ ਤੇ ਪਤਾ ਨਹੀਂ ਵਾਹਿਗੁਰੂ ਜੀ ਨੇ ਹੋਰ ਦੇਣਾ ਕਿ ਨਹੀਂ ਦੇਣਾ. ਤਾਂ ਮੈਂ $100 ਦਵਾਂ ਤੇ ਮੈਨੂੰ 1000 ਮਿਲਣਗੇ. ਜਿਵੇਂ as the beggar on the end of the street he says, 10 रुपए दो भगवान तुम्हें 10 देगा. वो मेंटालिटी इत्थे फिट हो चुकी है. मैं गुरद्वारे दी गौलक चिन्ने पाए हुण मैनूं ਇਹ मिलेगा. दैट्स वाई साडी अरदासां भी उदां ਦੀਆਂ हो गई. मैं इन्ने पाठ कर ले, मैनूं आ दे दी रब्बा. We have become beggars. गुरु नानक कह रहे दातार बनना है, तो तुसीं beggar बनी ਜਾਂਦੇ हो. isn't it? ਸਾਨੂੰ beggar बना ਦਿੱਤਾ कि नहीं ਉਹਨਾਂ ने कि beggar बन जाओ, ਭਿਖਾਰੀ बन जाओ. ਇਹ ਚੀਜ਼ਾਂ ਨਹੀਂ ਸੀ. ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵਿਆ. परमात्मा को मंगना सी, मांगना मांगन नीका हर जस गुर ते मांगना. मंगना तो कुछ होर सी, मंगण कुछ होर बह गए. सो रिमेंबर साडे अंदर बेअंत वो ताकत है टू अडॉप्ट गुड डिवाइन कैरेक्टर विद इन. अंदरों सती बन के अंदरों सेल्फलैस होने दी. असंख सूर मोह भख सार. तो बाहरों तो बड़े सूर में. इनफैक्ट जो चोर है, a thief who breaks into people's house, वो भी बड़ा बहादुर है. सूरमा तो भी बड़ा है. It's not easy to break into someone's house. It's not easy to kill someone. बड़ी बहादुरी चाहिए ਉਹਦੇ ਲਈ. बाहरली सूरमता ही नहीं, अंदरों सूरमे बने हो खुद ਨੂੰ कंट्रोल करने वाले. अंदरों ਅਸੀਂ सूरमे नहीं बने. सतगुरु कहते हैं असंख्य साडे अंदर बहुत बड़ा सूरमा है. असंख्य ताकत है साडे अंदर. सार कहते हैं लोहे नूं, किरपान नूं. मुंह पख मुंह ते खाना, तो फेस करना सब कुछ, भजना नहीं, पिठ दिखा के नहीं दौड़ना. So Sadhguru says, I have limitless power within me to face any kind of challenge. हर तरह का चैलेंज एक्सेप्ट करने दी मेरे अंदर असंख्य ताकत है. ਅਸੀਂ ਇਹ ਰਿਅਲਾਈਜ਼ ਕਰਦੇ ਜਦੋਂ ਅਸੀਂ ਹੁਕਮ ਨੂੰ ਮੰਨਣਾ ਸ਼ੁਰੂ ਕਰਦੇ ਹਾਂ. ਹਰ ਤਰ੍ਹਾਂ ਦਾ ਚੈਲੰਜ ਉਹ ਜਿਹੜੇ ਵਿਕਾਰ, ਜਿਹੜੇ ਦੁਸ਼ਟ ਪੰਜ ਚੋਰ ਅੰਦਰ ਨੇ, ਉਹਨਾਂ ਨੂੰ ਫੇਸ ਕਰਨ ਬਾਰੇ ਹੈ ਕਿ ਇਹਨਾਂ ਦੇ ਅੱਗੇ ਸਰੈਂਡਰ ਨਹੀਂ ਕਰ ਦੇਣਾ ਕਿ ਗਰੀਡ ਨੇ ਮੈਨੂੰ ਟੈਂਪਟ ਕੀਤਾ. ਆਈ ਸਰੈਂਡਰਡ ਮਾਈ ਵਿਜ਼ਡਮ ਓਵਰ देयर ਕਿ ਨਹੀਂ ਚਲੋ ਕਰ ਹੀ ਲੈਣੇ ਤਾਂ ਕਿ ਕਿਹੜਾ ਫੜੇ ਜਾਣਾ ਹੈ. ਉੱਥੇ ਆਪਣੇ ਆਪ ਨੂੰ ਸਟਰੋਂਗ ਕਰਕੇ ਫੇਸ ਕਰਨਾ. ਅਸੰਖ ਮੋਨ ਲਿਵਲਾਏ ਤਾਰ. सारे बोलो जी अखीरली तो कैस पौड़ी दी. असंख मोन लिवलाए तार. तो बाहरले मोनी नहीं. मोनी मीन्स अ पर्सन हु सिट्स इन साइलेंस फॉर डेज एंड मंथ्स. ए मोनी ने बाबा जी ये तो बोल दे कुछ नहीं.
ਗੁਰਬਾਣੀ ਕਿੱਥੋਂ ਤੱਕ ਆਇਆ ਕਿ ਉਹਦੇ ਵਿੱਚ ਤੇ ਕੈਟਲ ਵਿੱਚ ਫਰਕ ਕੀ ਹੈ, ਉਹਦੇ ਵਿੱਚ ਤੇ ਟਰੀਜ਼ ਵਿੱਚ ਫਰਕ ਕੀ ਹੈ। ਟਰੀਜ਼ ਦੇ ਡੋਂਟ ਟਾਕ, ਉਹ ਤੇ ਰੁੱਖ ਹੀ ਹੋ ਗਿਆ ਫਿਰ ਬੰਦਾ। ਉਹਦੇ ਤੇ ਪੱਥਰਾਂ 'ਚ ਫਰਕ ਕੀ ਹੈ, ਉਹਦੇ ਫਿਰ ਪੱਥਰ ਹੋ ਗਿਆ। ਹੀ ਇਜ਼ ਅ ਪੀਸ ਆਫ ਰੌਕ, ਅ ਪਰਸਨ ਹੂ ਡਜ਼ਨਟ ਸਪੀਕ even after given the power to speak। ਜਦੋਂ ਰੱਬ ਨੇ ਤੈਨੂੰ ਬੋਲਣ ਦੀ ਤਾਕਤ ਦਿੱਤੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ। ਇਹ ਬੋਲ ਭਾਈ, ਬੋਲ ਸੁ ਧਰਮੀੜਿਆ ਮੋਨ ਕਤ ਧਾਰੀ ਰਾਮ। ਚੁੱਪ ਕਿਉਂ ਬੈਠਾ ਹੈ, ਮੋਨ ਨਹੀਂ ਧਾਰਨ ਕਰਨਾ, ਅੰਦਰੋਂ ਮੋਨ ਕਰ। ਇਸ ਮਨ ਨੂੰ ਜਿਹੜਾ ਅੰਦਰ ਰੌਲਾ ਪਿਆ ਮੈਨੂੰ ਇਹ ਚਾਹੀਦਾ ਹੈ, all those desires, always crying, desiring, complaining, ਇਧਰੋਂ ਮੋਨ, ਇਧਰੋਂ ਪਾਸੇ ਸ਼ਾਂਤੀ ਕਰਨਾ। ਨਹੀਂ ਤੇ ਚੁੱਪ ਹੈ, ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ। ਇੱਥੇ ਵੀ ਲਿਵਤਾਰ ਦੀ ਗੱਲ ਹੈ, ਉੱਥੇ ਵੀ ਸੀ। ਤੋ ਬਾਹਰੋਂ ਚੁੱਪ ਹੋਣਾ ਨਹੀਂ, ਅੰਦਰ ਮੇਰੇ ਬਹੁਤ ਸਟਰੈਂਥ ਹੈ, ਮੈਂ ਇਸ ਮਨ ਨੂੰ ਸ਼ਾਂਤ ਕਰ ਸਕਦਾ ਹਾਂ। ਮੋਨ ਇਜ਼ ਸਾਇਲੈਂਸ, ਲਿਵਤਾਰ ਇਜ਼ ਕੰਟੈਂਪਲੇਸ਼ਨ। A mind devoted to the divine hukum realizes that there's endless power within me to sit focused and calm। ਕੀ ਕਹੀਏ ਭਾਈ ਸਾਹਿਬ, ਚੁੱਪ ਹੀ ਨਹੀਂ ਬੈਠਾ ਜਾਂਦਾ, ਮਨ ਹੀ ਸ਼ਾਂਤ ਨਹੀਂ ਹੁੰਦਾ। There is power, the only thing is ਉਸ ਪਰਮਾਤਮਾ ਨੂੰ ਸਬਮਿਟ ਹੋ ਜਾਓ ਜਿਹੜਾ ਅੰਦਰੋਂ ਬੋਲ ਰਿਹਾ ਆ। ਨਾਨਕ ਭਗਤਾਂ ਸਦਾ ਵਿਗਾਸ ਮੰਨੇ ਕੀ ਗਤ ਕਹੀ ਨਾ ਜਾਏ। ਉਹਨੂੰ ਸੁਣਨਾ ਤੇ ਉਹਨੂੰ ਮੰਨਣਾ ਹੈ ਤੇ ਮਨ ਆਪਣੇ ਆਪ ਟਿਕਣ ਲੱਗ ਜਾਏਗਾ, ਰੁਕਣ ਲੱਗ ਜਾਏਗਾ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਮੈਂ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। So we can realize and exercise all these powers discussed in this body, ਅਸੰਖ ਜਪ ਤਪ ਭਾਉ। ਉਹ ਸਾਰੀ ਜਿਹੜੀ ਬ੍ਰੇਵਰੀ ਸੂਰਮਤਾਈ ਜਿੰਨੀ ਹੈਗੀ ਹੈ, we only can realize when we submit to the inner divine ਕਿ ਪ੍ਰਮਾਤਮਾ ਕੁਦਰਤ ਕਵਣ ਕਹਾਂ ਵਿਚਾਰ। ਮੈਂ ਕਿਵੇਂ ਕੁਦਰਤ ਕਹਾਂ, ਕਿੰਨੀ ਸਟਰੈਂਥ ਕਿੰਨੀ ਪਾਵਰ ਤੂੰ ਮੈਨੂੰ ਦਿੱਤੀ ਹੈ। I cannot put it into words, ਖਤਮ ਹੀ ਨਹੀਂ ਹੁੰਦੀ। ਕਿੰਨਾ ਕੁਝ ਮੈਨੂੰ ਮਿਲਿਆ ਹੈ, ਕਿੰਨਾ ਕੁਝ ਮੈਨੂੰ ਤੇਰੇ ਹੁਕਮ ਨੂੰ ਮੰਨ ਕੇ ਮਿਲ ਜਾਣਾ ਹੈ। ਜੋ ਤੁਧ ਭਾਵ ਹੈ ਸਾਈ ਭਲੀ ਕਾਰ। The only thing is I have to submit myself to your will। ਤੇਰੇ ਹੁਕਮ ਨੂੰ ਸਬਮਿਟ ਹੋ ਕੇ, ਸਮਰਪਿਤ ਹੋ ਕੇ ਮੈਂ ਇਹ ਤਾਕਤ ਜਿਹੜੀ ਹੈ ਇਹਨੂੰ ਹਾਰਵੈਸਟ ਕਰ ਸਕਦਾ, which is already within me। ਤਾਂ ਹੀ ਗੁਰੂ ਨਾਨਕ ਵੀ ਸੂਰਮੇ ਨੇ, ਰਾਜ ਜੋਗ ਤੈ ਮਾਣਿਆ। ਤਾਂ ਹੀ ਗੁਰੂ ਅਰਜਨ ਪਾਤਸ਼ਾਹ ਵੀ ਸੂਰਮੇ ਨੇ, ਜਾਕੋ ਹਰ ਰੰਗ ਲਾਗੋ ਇਸ ਜੁਗ ਮੇ ਸੋ ਕਹੀਤ ਹੈ ਸੂਰਾ। ਤਾਂ ਹੀ ਭਗਤ ਕਬੀਰ ਜੀ ਵੀ ਸੂਰਮੇ ਨੇ, ਜਿਹੜੇ ਤੁਹਾਨੂੰ ਇਹ ਗੱਲ ਕਹਿ ਦਿੰਦੇ ਨੇ ਕਿ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ, ਐਸੇ ਮਰਨੇ ਜੇ ਮਰੇ ਬੌਰ ਨਾ ਮਰਨਾ। ਉਹ ਸੂਰਮਤਾਈ ਅੰਦਰੋਂ ਉਹਨਾਂ ਨੇ ਹਾਰਵੈਸਟ ਕੀਤੀ ਨੇ ਉਹ ਸਾਰੀ ਪਾਵਰਸ which are already within me, within this mind। when we realize it, we can exercise it, we can harvest that power। ਤੂੰ ਸਦਾ ਸਲਾਮਤ ਨਿਰੰਕਾਰ। ਇਹ ਪਰਮਾਤਮਾ ਤੂੰ ਹੀ ਮੇਰਾ ਰਾਖਾ ਹੈ, ਤੂੰ ਮੇਰਾ ਰਾਖਾ ਸਭ ਦੀ ਥਾਈ, ਮੇਰੇ ਇਨਰ ਵਰਲਡ ਦੇ ਵਿੱਚ ਹਰ ਜਗ੍ਹਾ ਤੂੰ ਮੇਰਾ ਰਾਖਾ ਹੈ। ਤਾਂ ਓਨਲੀ ਥਿੰਗ ਕਿ ਮੈਂ ਆਪਣੇ ਰਾਖੇ ਵੱਲ ਮੁੜਾਂ ਤਾਂ ਸਹੀ, ਤਾਂ ਹੀ ਬਚਾਂਗਾ ਨਾ। ਮੈਂ ਉਧਰ ਫੇਸ ਹੀ ਨਹੀਂ ਕੀਤਾ, ਆਓ ਉਧਰ ਨੂੰ ਫੇਸ ਕਰੀਏ, ਫੇਰ ਕੇ ਅੱਗੇ ਰੱਖੀਏ। ਜਿਤ ਦਿਸੈ ਦਰਬਾਰ, ਉਸ ਦਾ ਦਰਬਾਰ ਦੇਖਣ ਲਈ ਉਹਦੇ ਵੱਲ ਨੂੰ ਫੇਰ ਲਈਏ ਆਪਣਾ ਚਿਹਰਾ, ਆਪਣਾ ਮਨ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਹਰ ਐਤਵਾਰ 11:15 ਤੇ ਵੀ ਸਿਟ ਹੇਅਰ ਐਂਡ ਡਿਸਕਸ ਜਪਜੀ ਸਾਹਿਬ ਬਾਣੀ। ਆਪ ਸਾਰੇ ਇਸੇ ਤਰ੍ਹਾਂ ਆਇਆ ਕਰੋ ਜੀ। ਭੁੱਲ ਚੁੱਕ ਦੀ ਖਿਮਾ।